सिद्धू मूसेवाला ਨੂੰ ਲੈ ਕੇ ਜਿਹੜੀ ਗੱਲ ਵਿੱਕੀ ਮਾਨਸਰੋਦੀ ਨੇ ਕੀਤੀ, ਜਿਹੜੀ ਸਾਡੇ ਸਹਿਯੋਗੀ ਉਮੇਸ਼ ਦੱਸ ਰਹੇ ਸੀਗੇ, ਤੇ ਤੁਹਾਨੂੰ ਇਹ ਵੀ ਦੱਸਦੇ ਆ ਕਿ ਸਿੱਧੂ ਮੂਸੇਵਾਲਾ ਨੇ ਅਮਰੀਕਾ ਵਿੱਚ ਕਿਹੜੀ ਬੁਲੇਟ ਪ੍ਰੂਫ ਜੈਕਟ ਦਾ ਆਰਡਰ ਦਿੱਤਾ ਹੋਇਆ ਸੀ। ਸਿੱਧੂ ਮੂਸੇਵਾਲਾ ਅਮਰੀਕਾ ਤੋਂ ਲੈਵਲ 3+ ਹਾਰਡ ਬੋਡੀ ਆਰਮਰ यानी बुलेट प्रूफ जैकेट मंगवा रहे सी, जिसके बारे विक्की मानसरोदी ने खुद जिहड़ा हैगा वो जानकारी साझा की हैगी है साडे सहयोगी उमेश दे नाल। ये बुलेट प्रूफ जैकेट हार्ड लेवल 3 दी बुलेट प्रूफ जैकेट यानी सब तो स्ट्रोंग बुलेट प्रूफ जैकेट सिद्धू मूसेवाला मंगवाना चाहते सी, क्योंकि सिद्धू मूसेवाला नूं किते ना किते खदशा जिहड़ा हैगा उन्हां दे जहन विच सी कि उन्हां ते इस तरीके दा अटैक हो सकदा है। ਤੇ ਉਸ ਤੋਂ ਬਾਅਦ ਉਹਨਾਂ ਨੇ ਵਿੱਕੀ ਮਾਨਸਰੋਦੀ ਦੇ ਨਾਲ ਜਦੋਂ ਉਹਨਾਂ ਦਾ ਰਾਬਤਾ ਹੋਇਆ, ਇੱਕ ਕਾਮਨ ਫਰੈਂਡ ਦੇ ਰਾਹੀਂ ਦੋਵਾਂ ਦੇ ਵਿਚਾਲੇ ਗੱਲਬਾਤ ਹੋਈ। ਵਿੱਕੀ ਮਾਨਸਰੋਦੀ ਨੇ ਉਹਨਾਂ ਨੂੰ ਦੱਸਿਆ, ਉਹਨਾਂ ਦੇ ਬਾਰੇ ਦੱਸਿਆ ਗਿਆ ਕਿ ਵਿੱਕੀ ਮਾਨਸਰੋਦੀ ਹਥਿਆਰਾਂ ਦੇ ਡੀਲਰ ਨੇ, ਲੀਗਲ ਜਿਹੜਾ ਹੈਗਾ ਉਹਨਾਂ ਦਾ ਬਿਜ਼ਨਸ ਹੈਗਾ। ਤਾਂ ਗੱਲਬਾਤ ਚੱਲੀ ਤਾਂ ਸਿੱਧੂ ਮੂਸੇਵਾਲਾ ਨੇ ਫਿਰ ਬੋਡੀ ਆਰਮਰ ਦੇ ਵਿੱਚ ਇੰਟਰਸਟ ਵਿਖਾਇਆ, ਪਰ ਉਹ ਬੋਡੀ ਆਰਮਰ ਕਿਹੜਾ ਸੀਗਾ ਇਸ ਦੇ ਬਾਰੇ ਖੁਦ ਵਿੱਕੀ ਮਾਨਸਰੋਦੀ ਦੱਸ ਰਹੇ ਨੇ ਕਿਹੜਾ ਉਹਨਾਂ ਨੇ ਬੋਡੀ ਆਰਮਰ ਸੀਗਾ ਜਿਸ ਦੇ ਵਿੱਚ ਇੰਟਰਸਟ ਉਹਨਾਂ ਨੇ ਸ਼ੋ ਕੀਤਾ ਸੀ। ਹਾਰਡ ਬੋਡੀ ਆਰਮਰ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸਪੈਸ਼ਲ ਥ੍ਰੈਡ ਟੈਸਟਡ 762/51 ਜੋ ਕਿ 308 SLR ਦਾ ਰਾਉਂਡ ਆ, ਤੇ ਇਹਦਾ ਵਜਨ ਕੁਛ 8 ਪਾਉਂਡ ਆ ਤੇ ਜੋ ਕਿ 4 ਕਿਲੋ ਹੋ ਗਿਆ। ਤੇ ਜਿਹੜੀ ਇਹ ਆ ਇੱਕ ਵੈਸਟ 'ਚ ਪੈ ਜਾਂਦਾ, ਜਿਵੇਂ ਆ ਵੈਸਟ ਆ ਤੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ, ਤੇ ਦੋਨੋਂ ਤਰਫ ਤੋਂ ਪੈ ਜਾਂਦਾ, ਅੱਗੇ ਵੀ ਪਿੱਛੇ ਵੀ। ਸੋ ਅਗਰ ਬੇਸਿਕਲੀ ਇੱਕ ਬੰਦੇ ਨੇ ਬੋਡੀ ਆਰਮਰ ਪਾਇਆ ਤਾਂ ਉਹਦਾ weight ਘੱਟੋ ਘੱਟ 18 ਤੋਂ 20 ਪਾਉਂਡ ਹੋਏਗਾ। ਭਾਈ ਜੀ ਇਹ ਉਹ ਲੈਵਲ 3+ ਹਾਰਡ ਬੋਡੀ ਆਰਮਰ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸਪੈਸ਼ਲ ਥ੍ਰੈਡ ਟੈਸਟਡ 762/51 ਜੋ ਕਿ 308 SLR ਦਾ ਰਾਉਂਡ ਆ, ਤੇ ਇਹਦਾ ਵਜਨ ਕੁਛ 8 ਪਾਉਂਡ ਆ ਤੇ ਜੋ ਕਿ 4 ਕਿਲੋ ਹੋ ਗਿਆ। ਤੇ ਜਿਹੜੀ ਇਹ ਆ ਇੱਕ ਵੈਸਟ 'ਚ ਪੈ ਜਾਂਦਾ, ਜਿਵੇਂ ਆ ਵੈਸਟ ਆ ਤੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ, ਤੇ ਇਹ ਦੋਨੋਂ ਤਰਫ ਤੋਂ ਪੈ ਜਾਂਦਾ, ਅੱਗੇ ਵੀ ਪਿੱਛੇ ਵੀ। ਸੋ ਅਗਰ ਬੇਸਿਕਲੀ ਇੱਕ ਬੰਦੇ ਨੇ ਬੋਡੀ ਆਰਮਰ ਪਾਇਆ ਤਾਂ ਉਹਦਾ weight ਘੱਟੋ ਘੱਟ 18 ਤੋਂ 20 ਪਾਉਂਡ ਹੋਏਗਾ। ਤੇ ਸਭ ਦੇ ਵਿਚਾਲੇ ਲਗਾਤਾਰ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੇ ਕਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ, ਇਸ ਨੂੰ ਲੈ ਕੇ ਵੀ ਸਵਾਲ ਜਿਹੜੇ ਹੈਗੇ ਲਗਾਤਾਰ ਚੁੱਕੇ ਜਾ ਰਹੇ ਨੇ। ਪਰ ਅਮਰੀਕਾ ਦੇ ਵਿੱਚ ਹਥਿਆਰਾਂ ਦੇ ਡੀਲਰ ਅਤੇ ਸਿੱਧੂ ਮੂਸੇਵਾਲਾ ਦੇ ਦੋਸਤ ਵਿੱਕੀ ਮਾਨਸਰੋਦੀ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ AN-94 ਦਾ ਇਸਤੇਮਾਲ ਮੁਮਕਿਨ ਨਹੀਂ ਹੈਗਾ। ਵਿੱਕੀ ਨੇ ਦਾਅਵਾ ਆਪਣੇ ਤਜਰਬੇ ਦੇ ਆਧਾਰ ਤੇ ਕੀਤਾ। ਤੁਹਾਨੂੰ ਅਹਿਮ ਗੱਲ ਅਸੀਂ ਦੱਸ ਰਹੇ ਹਾਂ, ਅਹਿਮ ਖਬਰ ਦੱਸ ਰਹੇ ਹਾਂ। AN-94 ਦਾ ਜ਼ਿਕਰ ਕਈ ਸਾਰੀ ਚਰਚਾਵਾਂ ਵਿੱਚ ਹੋ ਰਿਹਾ, ਕਈ ਸਾਰੀ ਮੀਡੀਆ ਰਿਪੋਰਟਾਂ ਵਿੱਚ ਹੋ ਰਿਹਾ, ਪਰ ਵਿੱਕੀ ਮਾਨਸਰੋਦੀ ਦਾ ਦਾਅਵਾ ਹੈ ਕਿ ਉਹਨਾਂ ਦਾ ਤਜਰਬਾ ਇਹ ਕਹਿੰਦਾ ਹੈ ਕਿ ਇਹ ਮੁਮਕਿਨ ਨਹੀਂ ਹੈਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਖੇਤਰ ਵਿੱਚ AN-94 ਮੌਜੂਦ ਹੀ ਨਹੀਂ ਹੈ। AN-94 ਰੇਅਰ ਵੈਪਨ ਹੈਗਾ ਜਿਹੜਾ US ਦੇ ਵਿੱਚ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਮੌਜੂਦ ਹੈ, ਤੇ ਇਹ ਆਪਣੇ ਆਪ ਵਿੱਚ ਅਹਿਮ ਖੁਲਾਸਾ ਜਿਹੜਾ ਵਿੱਕੀ ਮਾਨਸਰੋਦੀ ਨੇ ਕੀਤਾ ਹੈ। ਕਾਫੀ ਪੋਲੀਟੀਸ਼ੀਅਨਸ ਤੇ ਮੀਡੀਆ ਪਰਸਨਲ ਨੇ ਕਿਹਾ ਵੀ AN-94 ਯੂਜ਼ ਹੋਈ ਆ, ਤਾਂ ਮੇਰਾ ਸਵਾਲ ਇਹ ਹੈ ਕਿ ਜੋ AK-74 ਆ ਤੇ AN-94 ਆ ਉਹ ਸੇਮ ਕਾਰਟ੍ਰਿਜ ਯੂਜ਼ ਕਰਦੀ ਨੇ ਜੋ ਕਿ ਆ 5.45/39। ਸੋ ਉਹਨਾਂ ਨੂੰ ਇੱਕ ਸਪੈਂਟ ਕਾਰਟ੍ਰਿਜ ਜਿਹਨੂੰ ਖੋਲ ਕਹਿ ਦਿੰਦੇ ਆ ਉਹਦੇ ਮਿਲਣ ਨਾਲ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ AN-94 ਆ ਤੇ AK-74 ਨਹੀਂ? ਕਿਉਂਕਿ ਇੰਡੀਆ ਦੇ ਨਾਲ ਪਾਕਿਸਤਾਨ ਲੱਗਦਾ ਹੈ ਕਿ ਮੇਰੀ ਅਜ਼ੰਪਸ਼ਨ ਆ ਕਿ AK-74 ਤੇ AK-47 ਉੱਥੇ ਬਹੁਤ ਨੇ। AN-94 ਦੀ ਥਿਊਰੀ ਕੋਈ ਮੈਨੂੰ ਜਾਇਜ਼ ਨਹੀਂ ਲੱਗ ਰਹੀ ਹੈ। ਲੱਗ ਰਿਹਾ ਵੀ ਸ਼ਾਇਦ ਜਿਹਨੇ ਵੀ ਕਿਹਾ ਉਹਨੂੰ ਪਤਾ ਨਹੀਂ ਸੀ, ਜਾਂ ਇੱਕ ਹਾਈਪ ਕ੍ਰੀਏਟ ਕਰਨ ਨੂੰ ਇਹ ਥਿਊਰੀ ਬਣਾਈ ਗਈ ਆ। ਤੇ ਮੈਂ 110% ਦਾਅਵੇ ਨਾਲ ਕਹਿ ਸਕਦਾ ਕਿ AN-94 ਉਮੇਸ਼ ਮੇਰੇ ਸਹਿਯੋਗੀ ਲਗਾਤਾਰ ਜਿਹੜਾ ਹੈਗਾ ਅਪਡੇਟ ਦੇ ਰਹੇ ਨੇ। ਉਮੇਸ਼ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਮੇਸ਼, AN-94 ਦਾ ਇਸਤੇਮਾਲ ਕਈ ਸਾਰੀ ਮੀਡੀਆ ਰਿਪੋਰਟਾਂ ਵਿੱਚ ਇਸ ਦਾ ਜ਼ਿਕਰ ਹੋ ਰਿਹਾ ਹੈ। ਜਿਹੜੇ ਖੋਲ ਮਿਲੇ ਸੀਗੇ ਕਾਰਟ੍ਰਿਜ ਦੇ, ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਖਦਸ਼ਾ ਜਤਾਇਆ ਗਿਆ ਕਿ AN-94, ਪਰ ਵਿੱਕੀ ਮਾਨਸਰੋਦੀ ਇਸ ਨੂੰ ਖਾਰਿਜ ਕਰ ਰਹੇ ਨੇ, ਬੜੇ ਜ਼ੋਰਦਾਰ ਤਰੀਕੇ ਨਾਲ ਖਾਰਿਜ ਕਰ ਰਹੇ ਨੇ ਕਿ AN-94 ਦਾ ਇਸਤੇਮਾਲ ਮੁਮਕਿਨ ਨਹੀਂ ਹੈਗਾ ਇਸ ਪੂਰੇ ਕਾਂਡ ਦੇ ਵਿੱਚ। बिल्कुल गगन, ये सवाल जो मैं पूछा सी कि जेडे खोल मिले ने, क्योंकि जवाहर के पिंड जो आप गए सीगे और पूरा एक क्राइम सीन असी रीक्रिएट किया, उत्थे गोलियां दे खोल निशान असी देखे, सब दे जहन च सवाल सीगे। और जिद्दां मीडिया रिपोर्ट सारी सीगी कि AN-94 एक इहो जिहा वैपन ਜਿਹੜਾ ਰਸ਼ੀਆ ਵੈਪਨ ਹੈ ਔਰ ਇਹਦਾ ਯੂਜ਼, ਇਹਦਾ ਆਣਾ ਸਾਹਮਣੇ ਇੱਕ ਬਹੁਤ ਵੱਡੀ ਗੱਲ ਸੀ। ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਸਾਰੇ ਦੇ ਦਿਮਾਗ ਵਿੱਚ, ਸਾਰੇ ਦੇ ਜਹਨ ਵਿੱਚ ਉਹ ਸੀਗਾ। ਔਰ ਜਦੋਂ ਆਪਾਂ ਵਿੱਕੀ ਮਾਨਸਰੋਦੀ, ਕਿਉਂਕਿ ਜਿਨ੍ਹਾਂ ਦਾ ਗਨਸ ਦਾ ਕੰਮ ਹੁੰਦਾ, ਜਿਨ੍ਹਾਂ ਦਾ ਫੀਲਡ ਹੈ, ਉਹ ਐਕਸਪਰਟਸ ਨੇ, ਕਾਫੀ ਸਾਲਾਂ ਤੋਂ ਇਸ ਬਿਜ਼ਨਸ ਵਿੱਚ ਨੇ, ਉਹਨਾਂ ਤੋਂ ਅਸੀਂ ਸਵਾਲ ਪੁੱਛਿਆ ਕਿ ਖੋਲ ਜਿਹੜੇ ਮਿਲੇ ਨੇ ਉਹਨਾਂ ਨੂੰ ਕੀ ਲੱਗਦਾ ਹੈ
ਕਿਉਂਕਿ ਅਸੀਂ ਜਿਸ ਐਕਸਪਰਟ ਤੋਂ ਪੁੱਛਦੇ ਨੇ ਨੈਚੁਰਲੀ ਉਹਦੀ ਇੱਕ ਮਹਾਰਤ ਹੁੰਦੀ ਹੈ ਹਾਸਲ, ਤਾਂ ਉਹਨਾਂ ਨੇ ਜਿਸ ਹਿਸਾਬ ਨਾਲ ਕਿਹਾ ਕਿ 110% ਮੈਂ ਕਹਿ ਸਕਦਾ ਦਾਅਵੇ ਨਾਲ AN-94 ਦਾ ਇਸਤੇਮਾਲ ਨਹੀਂ ਹੋਇਆ ਹੋਣਾ। ਇੱਕ ਰੇਅਰ ਵੈਪਨ ਹੈ ਜਿਹੜਾ US ਵੀ ਨਹੀਂ ਹੁੰਦਾ। 40 ਕਰੋੜ ਲੋਕਾਂ ਕੋਲ US 'ਚ ਵੈਪਨ ਨੇ। AN-94 ਦੀ ਥਿਊਰੀ ਉਹ ਖਾਰਿਜ ਕਰ ਰਹੇ ਨੇ, ਹਾਲਾਂਕਿ ਇਨਵੈਸਟੀਗੇਸ਼ਨ ਦਾ ਇਹ ਚੱਲ ਰਿਹਾ ਪਾਰਟ ਹੈ ਕਿ ਕਿਹੜਾ ਵੈਪਨ ਯੂਜ਼ ਕੀਤਾ ਗਿਆ। ਲੇਕਿਨ ਉਹਨੇ ਇਹ ਵੀ ਦੱਸਿਆ ਕਿ ਜਿਹੜਾ ਵੈਪਨ ਹੈ ਇਹਦਾ ਖੋਲ ਤੇ 74 ਦਾ ਖੋਲ ਸੇਮ ਹੁੰਦਾ ਹੈ। ਖਾਲੀ ਇਹ ਥਿਊਰੀ ਕਹਿਣਾ ਕਿ ਇਹ 94 ਹੀ ਹੈ, ਇਹ ਉਹਨਾਂ ਨੇ ਦਾਅਵਾ ਖਾਰਿਜ ਕੀਤਾ ਕਿਉਂਕਿ ਐਕਸਪਰਟ ਨੇ, ਕਾਫੀ ਉਹਨਾਂ ਨੂੰ ਗਨਸ ਦੀ ਨੌਲੇਜ ਵੀ ਹੈ, ਬੜੀ ਫੁੱਲੀ ਤੇ ਸੈਮੀ ਆਟੋਮੈਟਿਕ ਵੈਪਨਸ ਉਹਨਾਂ ਕੋਲ ਹੈ ਨੇ, ਉਹਨਾਂ ਦੀ ਪ੍ਰੋਪਰ ਇੱਕ ਸ਼ੂਟਿੰਗ ਰੇਂਜ ਆ ਉੱਥੇ। ਔਰ ਜਿੱਦਾਂ ਦਾ ਮੈਂ ਜ਼ਿਕਰ ਕੀਤਾ ਕਿ ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਵੈਪਨ ਸਪਲਾਈ ਕਰਦੇ ਨੇ, ਸਿਵਿਲੀਅਨਸ ਨੂੰ ਨਹੀਂ, ਆਮ ਨਾਗਰਿਕਾਂ ਨੂੰ ਨਹੀਂ। ਤਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਬੰਦੇ ਨੂੰ ਨੌਲੇਜ ਹੈ, ਕਿਤੇ ਕਿਤੇ ਜਾਣਕਾਰੀ ਬਹੁਤ ਹੈ। ਔਰ 94 ਦੀ ਉਹ ਜਿਹੜੀ ਗੱਲ ਹੈ ਹਾਲੇ ਤੱਕ ਉਹ ਵੀ ਜਾਂਚ ਦਾ ਵਿਸ਼ਾ, ਹਾਲੇ ਤੱਕ ਉਹ ਵੀ ਥਿਊਰੀ ਸ਼ੁਰੂਆਤ 'ਚ ਬਹੁਤ ਉੱਠੀ। ਹਰ ਕੋਈ 94 ਦੇ ਬਾਰੇ ਜਾਣਦਾ ਸੀਗਾ, ਹਰ ਕੋਈ ਮੀਡੀਆ ਰਿਪੋਰਟਸ ਇਹ ਕਰੀਏ ਕਿ ਹਾਂ 94 ਦੇ ਵੈਪਨ ਯੂਜ਼ ਹੋਏ, ਲੇਕਿਨ ਹਾਲੇ ਤੱਕ ਉਹ ਜਾਣਕਾਰੀ ਨਹੀਂ ਆਈ ਹੈ। ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਹਥਿਆਰ ਹਾਲੇ ਬਰਾਮਦ ਹੋਈ ਨਹੀਂ ਹੈ, ਔਰ ਇਨਵੈਸਟੀਗੇਸ਼ਨ ਦਾ ਪਾਰਟ ਹੈ, ਖੁੱਲ ਕੇ ਆਏਗਾ ਸਾਹਮਣੇ ਕਿਹੜਾ ਵੈਪਨ ਯੂਜ਼ ਹੋਇਆ, ਕਿਹੜੀ ਗਨ ਯੂਜ਼ ਹੋਈ, ਉਹ ਗੋਲੀਆਂ ਦੇ ਖੋਲ ਹੈ, ਕਿਹੜੇ ਹਥਿਆਰ ਤੋਂ ਨਿਕਲੇ ਨੇ। ਜੀ ਉਮੇਸ਼, ਵਿੱਕੀ ਮਾਨ ਸਲੋਦੀ ਜਿਹੜਾ ਜ਼ਿਕਰ ਕਰ ਰਹੇ ਨੇ AN-94 ਨਹੀਂ ਹੈਗਾ, ਉਸ ਦੇ ਪਿੱਛੇ ਉਹ ਬੜਾ ਇੱਕ ਸਟਰੋਂਗ ਲੌਜਿਕ ਦੇ ਰਹੇ ਨੇ ਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਰੀਜਨ ਹੈਗਾ ਇਸ ਦੇ ਵਿੱਚ ਇਹ ਹਥਿਆਰ ਹੋਣਾ ਮੁਮਕਿਨ ਹੀ ਨਹੀਂ ਹੈਗਾ, ਕਿਉਂਕਿ ਇੱਥੇ ਉਹ ਹਥਿਆਰ ਦੀ ਸਪਲਾਈ ਨਹੀਂ ਹੁੰਦੀ। ਔਰ ਖੁਦ ਕਿਉਂਕਿ ਇੰਟਰਨੈਸ਼ਨਲ ਡੀਲਰ ਨੇ, ਇੰਟਰਨੈਸ਼ਨਲ ਲੈਵਲ ਤੇ ਡੀਲ ਕਰਦੇ ਨੇ ਆਰਮਸ ਦੇ ਵਿੱਚ, ਤਾਂ ਇਸ ਦਾਅਵੇ ਨੂੰ ਬਹੁਤ ਪੁਖਤਾ ਮੰਨਿਆ ਜਾਵੇ। ਉਮੇਸ਼, ਦੇਖੋ ਬਿਲਕੁਲ, ਕਿਉਂਕਿ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਪਾਕਿਸਤਾਨ ਦਾ ਬਾਰਡਰ ਨਾਲ ਹੈ, ਅਸੀਂ ਵੀ ਕਈ ਵਾਰ ਦੇਖਿਆ ਡਰੋਨ ਦੇ ਜ਼ਰੀਏ ਜਿਹੜੇ ਜਾਂ ਬਰਾਮਦ ਹੋਏ ਨੇ ਹਥਿਆਰ, ਉਹਦੇ ਵਿੱਚ AK-47 ਦਾ ਜ਼ਿਕਰ ਹੈ, ਹੋਰ ਜਾਂ ਦੂਜੇ ਵੈਪਨਸ ਦਾ। 94 ਦਾ ਜ਼ਿਕਰ ਅਸੀਂ ਵੀ ਨਹੀਂ ਕਦੇ ਸੁਣਿਆ। ਇਹ ਸਿਰਫ ਜਦੋਂ ਸਿੱਧੂ ਮੂਸੇ ਵਾਲਾ ਹੱਤਿਆਕਾਂਡ ਹੁੰਦਾ ਹੈ ਉਸ ਤੋਂ ਬਾਅਦ ਹੀ ਇਹ ਕਿ 94 ਦਾ ਜ਼ਿਕਰ ਸ਼ੁਰੂ ਹੁੰਦਾ ਹੈ, ਉਹਦੇ ਬਾਰੇ ਫਿਰ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ, ਬੜਾ ਰਿਸਰਚ ਕੀਤਾ, ਚਾਹੇ ਮੀਡੀਆ ਦੇ ਲੋਕ ਜੁੜੇ ਹੋਣ ਜਾਂ ਹੋਰ ਵੀ ਕੋਈ ਜੁੜੇ ਹੋਣ। 94 ਦੇ ਬਾਰੇ ਰਿਸਰਚ ਕੀਤਾ ਗਿਆ। ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਨੂੰ ਯਾਦ ਹੈ ਜਦੋਂ ਸਿਕਿਉਰਿਟੀ ਦਾ ਇਸ਼ੂ ਆਇਆ, MLAs ਨੇ, ਸਾਬਕਾ MLA ਨੇ ਜਾਂ ਮੰਤਰੀ ਨੇ ਪਾਈ, ਉਹਦੇ ਵਿੱਚ ਵੀ ਉਹਨਾਂ ਦੇ ਵਕੀਲਾਂ ਨੇ AN-94 ਦਾ ਜ਼ਿਕਰ ਕੀਤਾ ਕਿ 1 ਮਿੰਟ 'ਚ ਜੀ 1800 ਰਾਉਂਡ ਹੁੰਦੇ ਹੈ ਜਾਂ तमाम ਜ਼ਿਕਰ ਹੈ। ਲੇਕਿਨ ਹਾਲੇ ਤੱਕ ਇਹ ਸਟੈਬਲਿਸ਼ ਨਹੀਂ ਹੈ ਥਿਊਰੀ, ਕਿਉਂਕਿ ਜਿਸ ਹਿਸਾਬ ਨਾਲ ਵਿੱਕੀ ਮਾਨ ਸਲੋਦੀ ਨੇ ਕਿਹਾ ਕਿ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਹੈ ਔਰ ਉੱਥੇ ਵੀ ਵੈਪਨ ਨਹੀਂ ਹੈ, ਔਰ ਅਫਗਾਨਿਸਤਾਨ ਜਦੋਂ ਯੁੱਧ ਹੋਇਆ US ਦੀ ਕਾਫੀ ਉੱਥੇ ਛੱਡ ਕੇ ਗਏ ਨੇ, ਉਹਦੇ ਵਿੱਚ ਵੀ 94 ਦਾ ਕੋਈ ਉਹ ਪੁਖਤਾ ਪ੍ਰਮਾਣ ਨਹੀਂ ਮਿਲਿਆ।